ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰਾ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਗੁਰ ਰਾਮਦਾਸ ਗੁਣ ਗਾਵੋ ਗੁਰ ਅਰਜਨ ਬਿਘਨ ਨਾਕੇ ਨਾਸਕ ਬਿਘਨ ਨਾਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਇਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ। ਇਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ। ਰਹਿਓ ਕਿਤਕ ਦਿਨ ਜਬ ਹੀ ਆਏ। ਰੂਪਾ ਗ੍ਰਾਮ ਦ੍ਰਿਸ਼ਟ ਤਬ ਥਾਏ। ਤੰਬੂ ਨਹੀਂ ਸੰਭੂ ਨਿਹਾਰੇ। ਕਿਤ ਗਮਣੇ ਗੁਰ ਹਿਰਦੈ ਵਿਚਾਰੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ 6ਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿਓ ਕਿਤਕ ਦਿਨ ਜਬ ਹੀ ਆਏ। ਰੂਪਾ ਗ੍ਰਾਮ ਦ੍ਰਿਸ਼ਟ ਤਬ ਥਾਏ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਭਾਈ ਬਿਧੀ ਚੰਦ ਕਿਲੇ ਦੇ ਵਿੱਚੋਂ ਦੂਸਰਾ ਘੋੜਾ ਜਿਹੜਾ ਹੈ ਉਹ ਕੱਢ ਕੇ ਲਿਆਏ ਨੇ ਔਰ ਬਾਦਸ਼ਾਹ ਨੂੰ ਆਪਣਾ ਨਾਂ, ਗੁਰੂ ਸਾਹਿਬ ਜੀ ਦਾ ਨਾਮ, ਪਿੰਡ ਦਾ ਨਾਮ, ਪਿੰਡ ਭਾਈ ਰੂਪਾ, ਇਹ ਸਾਰਾ ਕੁਛ ਦੱਸ ਕੇ ਆਏ ਨੇ। ਤੇ ਨਾਲੇ ਭਾਈ ਬਿਧੀ ਚੰਦ ਨੇ ਕਿਹਾ, ਬਾਦਸ਼ਾਹ ਇਹ ਘੋੜਾ ਜਿਹੜਾ ਮੈਂ ਆਪਣੇ ਪੈਸਿਆਂ ਦਾ ਮੁੱਲ ਲੈ ਕੇ ਚੱਲਿਆ, 5.25 ਲੱਖ ਰੁਪਈਆ ਤੇਰੇ ਤੋਂ ਲੈਣਾ ਹੈ। ਇਸ ਤੋਂ ਪਹਿਲੋਂ 1000 ਤੋਂ ਦਿੱਤਾ ਸੀ, ਤਨਖਾਹ ਦੇਣ ਵਾਲੀ ਸੀ, ਉਹ ਸਾਰੀ ਦਰੋਗੇ ਕੋਲ ਬਾਕੀ ਹੈ। 5 ਲੱਖ ਦੇ ਤੇਰੇ ਘੋੜੀਆਂ ਕਾਠੀਆਂ ਸਮੇਤ ਘੋੜੇ ਲੈ ਚੱਲਿਆ ਤੇ ਬਾਕੀ ਦੇ ਬਚਦੇ ਰੁਪਈਏ ਮੇਰੇ ਤੱਕ ਪਹੁੰਚਾ ਦੇਈਂ, ਨਹੀਂ ਤਾਂ ਅੱਗੇ ਜਾ ਕੇ ਖੁਦਾ ਦੇ ਦਰ 'ਤੇ ਇਹ ਲੇਖਾ ਹੋਏਗਾ, ਲੈ ਮੈਂ ਅੱਗੇ ਵੀ ਜਾ ਕੇ ਲੈਣੇ ਨੇ। ਹੁਣ ਭਾਈ ਬਿਧੀ ਚੰਦ ਉਹ ਘੋੜਾ ਟਪਾਇਆ, ਸਾਰਾ ਪੈਂਡਾ ਤੈਅ ਕੀਤਾ, ਹੌਲੀ ਹੌਲੀ ਤੋਰ ਕੇ ਰੋਕ ਕੇ ਘੋੜੇ ਨੂੰ ਲਿਆਏ ਨੇ। ਦਿਨ ਢਲਣ ਵਾਲਾ ਹੈ, ਸ਼ਾਮ ਹੋਣ ਵਾਲੀ ਹੈ। ਭਾਈ ਬਿਧੀ ਚੰਦ ਨੂੰ ਸਾਹਮਣੇ ਪਿੰਡ ਨਜ਼ਰ ਆਇਆ, ਭਾਈ ਰੂਪੇ ਕੇ ਪਿੰਡ ਪਹੁੰਚ ਗਏ ਨੇ। ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਤੰਬੂ ਨਹੀਂ ਸੰਭੂ ਨਿਹਾਰੇ। ਕਿਤ ਗਵਣੇ ਗੁਰ ਹਿਰਦੈ ਵਿਚਾਰੇ। ਪਰ ਰੂਪੇ ਕੇ ਪਹੁੰਚ ਗਏ, ਭਾਈ ਬਿਧੀ ਚੰਦ ਨੂੰ ਗੁਰੂ ਸਾਹਿਬ ਦੇ ਫੌਜਾਂ ਦੇ ਤੰਬੂ ਨਜ਼ਰ ਨਹੀਂ ਆਏ, ਕਿਉਂਕਿ ਵੱਡਾ ਕਾਫਲਾ ਸੀ, 3000 ਤੋਂ ਵੱਧ ਸੈਨਿਕ ਸਨ, ਵੱਡੇ ਵੱਡੇ ਤੰਬੂ ਲੱਗੇ ਹੋਣੇ ਸਨ। ਤੰਬੂ ਕੋਈ ਨਹੀਂ ਨਜ਼ਰ ਆਇਆ। ਔਰ ਭਾਈ ਬਿਧੀ ਚੰਦ ਵਿਚਾਰ ਕਰਦੇ ਨੇ ਕਿ ਗੁਰੂ ਸਾਹਿਬ ਜੀ ਕਿੱਧਰ ਨੂੰ ਚਲੇ ਗਏ ਹੋਣਗੇ। ਕੂਚ ਕਰਿਓ ਇਹ ਥਲ ਤੇ ਕੈਸੇ। ਕਾਰਨ ਕਵਣ ਰਹੇ ਨਹਿ ਤੈਸੇ। ਕਿ ਗੁਰੂ ਸਾਹਿਬ ਜੀ ਨੇ ਕੋਈ ਬਚਨ ਵੀ ਨਹੀਂ ਕੀਤੇ, ਇੱਥੋਂ ਕੂਚ ਕਰਨਾ ਹੈ, ਕਿਉਂਕਿ ਇਸ ਵੇਲੇ ਤਾਂ ਲਾਹੌਰ ਵੀ ਬਹੁਤੇ ਦਿਨ ਨਹੀਂ ਲਾਏ। ਕਿ ਇਵੇਂ ਦਾ ਕੀ ਕਾਰਨ ਬਣ ਗਿਆ ਹੋਏਗਾ ਕਿ ਗੁਰੂ ਸਾਹਿਬ ਨੂੰ ਇੱਥੋਂ ਡੇਰਾ ਕੂਚ ਕਰਨਾ ਪਿਆ। ਗ੍ਰਾਮ ਵੇਖਿਆ ਤੋਰਨ ਹੀ ਆਇਓ। ਬੂਝਣ ਕਿਨੋ ਨਰ ਦ੍ਰਿਸ਼ਟ ਆਇਓ। ਭਾਈ ਬਿਧੀ ਚੰਦ ਛੇਤੀ ਦੇ ਨਾਲ ਫਿਰ ਪਿੰਡ ਦੇ ਵਿੱਚ ਆਇਆ ਔਰ ਪਿੰਡ ਦੇ ਵਿੱਚ ਵੜਦੇ ਕੋਈ ਬੰਦਾ ਮਿਲਿਆ। ਉਹਨੂੰ ਪੁੱਛਦੇ ਨੇ, ਭਾਈ ਗੁਰੂ ਸਾਹਿਬ ਜੀ ਦਾ ਇੱਥੇ ਡੇਰਾ ਸੀ, ਉਹ ਕਿੱਧਰ ਹੈ?
तिस तब पुण्यो गुरु के आगे, बिनती कीनी जोध सुभागे। वो गुरु का सिख अगों जिहड़ा मिलिया, वो हथ जोड़ के कहंदा कि भाई बिधि चंद जिहड़ा राजा सी इत्थे, राजा जोध, वो जोध राजे ने गुरु साहब जी दे अगे बड़ी बारी बेनती की कि तुसीं मेरे घर चलो। कांगड़पुर ने घर लै गयो, इस हित डेरा गमनत भयो। होर कोई कारण नहीं, बस यही कारण है कि वो बेनती करके गुरु साहब जी ने अपने घर लै गया। और सतगुरु जी ने फिर सारा डेरा ही नाल लिया है। वो कांगड़ नगर दे विच ने। सुन प्रसन्न मन हैव कर चाला, कहत धन गुर धन विसाला। सुन के भाई बिधि चंद प्रसन्न हो गए। भाई बिधि चंद उस वेले कांगड़ वाले पासे चल पे। धन गुरु करते हुए ये रस्ता तय किया। जुग कोसण ते उतर चलायो, रेशम डोरण ते डुर आयो। कहते रूपे पिंड तो भाई बिधि चंद चले, एक को गए घोड़े ते चढ़ गए। दो को अगे होर से कांगड़ पिंड, और भाई बिधि चंद घोड़े तो थले उतर गए, क्योंकि इतों तक तो घोड़ा लिया से। हुण गुरु साहब का सत्कार करते हुए दो को जिहड़ा पहले उतरे, घोड़े की रेशम दी जिहड़ियां डोरां ने वो फड़ियां ने, ते आप अगे के चल के हौली हौली नूं तोड़ के ले जांदे ने। जगमग जीन करे जिस केरा, सने सने चल तिस बेरा। जेड़े कोठे दे जेड़े घोड़े के उत्ते पाई हुई काठी जगमग करती सी, क्योंकि हीरे चमकते सन। कहते वो हौली हौली हुण भाई बिधि चंद तोड़ के ले जाते ने। गुर डेरे को जब नर आयो, देखत नमो कीन सिर न्यायो। जदों सतगुरु का डेरा नेड़े आया, क्योंकि तंबू सैनकां दे बाहर बाहर ही लगे सन, भाई बिधि चंद ने डेरा नज़र आउंदे नाल ही हथ जोड़ के पहलों नमस्कार की। आगे लग्यो दीवान महानू, राग रंग कर रहे सुजानू। अगे सतगुरु जी का महान दीवान लग्या होया है, और सतगुरु जी उत्थे भजन बिलास कर रहे हैं। जोत महेप समेप गुसाई, सिमरत सेवक है ले आई। राजा जोत गुरु साहब के कोल बैठा होया है कि सतगुरु जी अपने सेवक नूं बिधि चंद नूं याद करते हैं कि घोड़ा लैके हुणे आउंदी होना है। इतने मह आवत को हेरा, संग तुरंगम चपल बडेरा। इन्हें नूं सतगुरु जी नज़र सामने गई, देखा कि यह चंचल वड्डा घोड़ा उस तरह का भाई बिधि चंद दूसरा घोड़ा लैके पहुँच गया है। उठ दीवान ते आगू आए, देखण को बाजे ललचाए। दीवान दे विचों गुरु साहब जी उठे ते अगों दे आए घोड़ा वेखण वास्ते। भाई राय जोध होर सिख जिहड़े ने वो भी ललचाए कि घोड़ा वेखण विच ही बड़ा सोहना है, जाके देखी कि उनके वर्गा ही है। उतलावत विधिए पग गहे, शीस धरियो बड़ आनंद लहे। जदों गुरु साहब जी सभा विचों दीवान विच उठ के अगों दी आए, भाई बिधि चंद ने वेख्या तो भाई बिधि चंद काली दे नाल काले पैंदे हुए कि कई दिनों तो जिवें विछड़े सन। सतगुरु दे भज के चरण फड़े, चरणों दे विच सिर रख के बड़े आनंद विच आए। पूजा पकर गुर उर्द उठायो, अपने अंग संग गुर लायो। सतगुरु जी ने भाई बिधि चंद दियां मोढियां तो बाहां फड़ियां, बाहां तो फड़ के उत्ता चुक्या और चुक के घुट के गल दे नाल लाया। कहो कीन तै बड़ उपकारा, जो दुस्तर अत कठन करारा। सतगुरु कहते हैं बिधि चंद तू बड़ा वड्डा परोपकार किया है घोड़े दी लबाग दे उत्ते। ये बड़ा वड्डा तू परोपकार किया है, काम बड़ा औखा से जिहड़ा तू कर लिया है। भयो अधिकरण सिस हमारे, जाचो बार अब देह उतारे।
ਸਤਿਗੁਰੂ ਜੀ ਕਹਿੰਦੇ ਨੇ ਭਾਈ ਬਿਧੀ ਚੰਦ ਸਾਡੇ ਤੇ ਤੂੰ ਪਰਉਪਕਾਰੀ ਕੀਤਾ ਹੈ, ਅਸੀਂ ਤੇਰੇ ਦੇਣਦਾਰ ਹਾਂ। ਭਾਈ ਬਿਧੀ ਚੰਦ ਅੱਜ ਜੋ ਚਾਹੋ ਉਹ ਮੰਗ ਲਓ, ਅਸੀਂ ਮੂੰਹ ਮੰਗੀਆਂ ਮੁਰਾਦਾਂ ਦੇ ਕੇ ਵੀ ਤੇਰਾ ਕਰਜ਼ਾ ਨਹੀਂ ਮੋੜ ਸਕਦੇ, ਜੋ ਕਹੇਗਾ ਉਹ ਦੇਣ ਲਈ ਤਿਆਰ ਹੈ। ਸੁਣ ਕਰ ਬਿਧੀ ਚੰਦ ਕਰ ਜੋਰੇ, ਪ੍ਰਭੂ ਜੀ ਵਰਤੋ ਸਭ ਹੀ ਠੌਰੇ। ਇਹ ਸੁਣ ਕੇ ਭਾਈ ਬਿਧੀ ਚੰਦ ਨੇ ਹੱਥ ਜੋੜੇ ਕਿ ਇਹ ਸਤਿਗੁਰੂ ਜੀ ਸਾਰੀਆਂ ਥਾਵਾਂ 'ਤੇ ਹਰ ਇੱਕ ਥਾਂ 'ਤੇ ਤੁਸੀਂ ਆਪ ਹੀ ਵਰਤਦੇ ਹੋ। ਕਰਜੇ ਆਪ ਯਾਰ ਆਪ ਚੜਾਵੇਂ, ਬਹੁਰ ਦੇਣ ਆਪੇ ਲਲਚਾਵੇਂ। ਸਤਿਗੁਰੂ ਜੀ ਕਿਹੜਾ ਕਰਜ਼ਾ, ਆਪ ਹੀ ਕਰਜ਼ਾ ਤੁਸੀਂ ਚੜਾਉਣ ਵਾਲੇ, ਆਪ ਹੀ ਕਰਜ਼ਾ ਚੜ੍ਹਨ ਵਾਲੇ, ਆਪ ਹੀ ਕਰਜ਼ਾ ਲੈਣ ਵਾਲੇ ਅਤੇ ਆਪ ਹੀ ਕਰਜ਼ਾ ਦੇਣ ਵਾਲੇ। ਸਤਿਗੁਰੂ ਜੀ ਆਪ ਹੀ ਘੋੜੇ ਨੂੰ ਲਿਆਉਣ ਵਾਲੇ, ਆਪ ਹੀ ਮੰਗਾਉਣ ਵਾਲੇ, ਇਹ ਸਭ ਕੁਝ ਕਰਨ ਵਾਲੇ ਤੇ ਤੁਸੀਂ ਆਪ ਹੀ ਹੋ। ਮੈਨੂੰ ਤਾਂ ਵਿੱਚ ਵਡਿਆਈ ਦਿੱਤੀ, ਮੋਹਰਾ ਬਣਾ ਲਿਆ ਹੈ। ਇਹ ਸਭ ਤੁਮਰੋ ਚੋਜ ਵਿਡਾਨਾ, ਕਰੋ ਆਪ ਔਰ ਆਪੇ ਠਾਨਾ। ਸਤਿਗੁਰੂ ਜੀ ਤੇ ਤੁਹਾਡੇ ਚੋਜ ਨੇ ਕਿ ਸਭ ਕੁਝ ਕਰਨ ਤੇ ਕਰਾਉਣ ਦੇ ਸਮਰੱਥ ਤੁਸੀਂ ਆਪ ਹੀ ਸਭ ਕੁਝ ਕਰਦੇ ਹੋ, ਆਪ ਹੀ ਕਰਾਉਂਦੇ ਹੋ। ਪਰ ਇਹ ਚੋਜ ਤਮਾਸੇ ਇੱਥੇ ਬੈਠ ਕੇ ਆਪ ਜੀ ਵੇਖ ਰਹੇ ਹੋ। ਮੁਝ ਪਰ ਤੋ ਬਹੁ ਕਰਣਾ ਕਰੇ, ਜਾਚਨ ਕੀ ਅਫਲਾਖਾ ਹਰੇ। ਸਤਿਗੁਰੂ ਜੀ ਜਿੱਥੋਂ ਤੱਕ ਮੇਰੀ ਗੱਲ ਹੈ, ਮੇਰੇ 'ਤੇ ਤੁਸੀਂ ਬਹੁਤ ਹੀ ਕਿਰਪਾ ਕੀਤੀ ਹੈ। ਇੰਨੀ ਕਿਰਪਾ ਕੀਤੀ ਕਿ ਮੇਰੇ ਅੰਦਰੋਂ ਮੰਗਣ ਵਾਲੀ ਜਿਹੜੀ ਲਾਲਸਾ ਉਹ ਹੀ ਖਤਮ ਕਰ ਦਿੱਤੀ ਹੈ, ਕੋਈ ਮੰਗ ਰਹੀ ਨਹੀਂ। ਦੇਖੋ ਕਿ ਸ਼ਬਦ ਆਪਾਂ ਆਮ ਤੌਰ 'ਤੇ ਪੜ੍ਹਦੇ ਹਾਂ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਉਹ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਪਰ ਬੰਦੇ ਦੀਆਂ ਸਾਰੀਆਂ ਇੱਛਾਵਾਂ ਕਦੋਂ ਪੂਰੀਆਂ ਹੁੰਦੀਆਂ ਨੇ ਜੀ? ਜਦੋਂ ਇੱਛਾਵਾਂ ਮਾਰੀ ਜਾਣ। ਅਤੇ ਜੇ ਕੋਈ ਨਾ ਕੋਈ ਇੱਛਾ ਰਹੀ ਜਾਵੇ ਤਾਂ ਫਿਰ ਇੱਛਾਵਾਂ ਕਦੇ ਨਹੀਂ ਪੂਰੀਆਂ ਹੁੰਦੀਆਂ। ਸਤਿਗੁਰੂ ਜੀ ਤੁਸੀਂ ਕਿਰਪਾ ਕੀਤੀ, ਮੰਗਣ ਵਾਲੀ ਦੇ ਅੰਦਰੋਂ ਇੱਛਾ ਹੀ ਜਿਹੜੀ ਮਾਰ ਦਿੱਤੀ ਹੈ, ਮੰਗਣ ਦੀ ਕੋਈ ਲਾਲਸਾ ਰਹੀ ਹੋਈ ਨਹੀਂ। ਇਹ ਸਭ ਦੇਹੋ ਗੁਰ ਸੰਗ ਨਾਮ ਕੋ ਰੰਗ, ਬੀਤੇ ਬੈਸ ਸੰਤ ਕੇ ਸੰਗ। ਸਤਿਗੁਰੂ ਜੀ ਫਿਰ ਵੀ ਜੇ ਕੁਛ ਦੇਣਾ ਚਾਹੁੰਦੇ ਹੋ ਤਾਂ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ, ਕਿਉਂਕਿ ਹੁਣ ਤੱਕ ਦਾ ਜੀਵਨ ਬੀਤ ਗਿਆ ਹੈ ਅਤੇ ਜੀਵਨ ਦੇ ਵਿੱਚ ਤਿਲਕਣਬਾਜ਼ੀ ਬੜੀ, ਬਾਕੀ ਰਹਿੰਦਾ ਜੀਵਨ ਜਿਹੜਾ ਹੈ ਉਹ ਜਪਣ ਵਾਲੇ ਗੁਰਮੁਖ ਜਨਾਂ ਦੀ ਸੰਗਤ ਵਿੱਚ ਹੀ ਲੰਘੇ। ਆਖਰੀ ਸਵਾਸ ਤੱਕ ਇਹ ਸਿੱਖੀ ਜਿਹੜੀ ਸਿੱਖਾਂ ਦੇ ਨਾਲ ਸੰਗਤ ਵਿੱਚ ਰਹਿ ਕੇ ਨਿਭ ਜੇ। ਸੁਣ ਕਰ ਸਤਿਗੁਰੂ ਕਹੇ ਭਏ ਪ੍ਰਸਿੰਨਾ, ਸਭਨ ਸੁਨਾਵਤ ਉਚਰਨ ਕੀਨਾ। ਇਹ ਸੁਣ ਕੇ ਸਤਿਗੁਰੂ ਜੀ ਹੋਰ ਵੀ ਪ੍ਰਸੰਨ ਹੋਏ। ਸਤਿਗੁਰੂ ਜੀ ਨੇ ਉੱਚੀ ਆਵਾਜ਼ ਦੇ ਵਿੱਚ ਸਾਰੇ ਸਿੱਖਾਂ ਨੂੰ ਸੁਣਾ ਕੇ ਇਹ ਬਚਨ ਕਹੇ, ਬਿਧੀ ਚੰਦ ਸ਼ੀਨਾ ਗੁਰ ਸੀਨਾ, ਸਦਾ ਗੁਰੂ ਕੇ ਰਸ ਮਹਿ ਪੀਨਾ। ਕਹਿੰਦੇ ਬਿਧੀ ਚੰਦ ਸੀਨਾ ਇਹ ਗੁਰੂ ਦਾ ਸੀਨਾ ਭਾਈ ਸਿੱਖੋ। ਬਿਧੀ ਚੰਦ ਸੀਨਾ ਬੜਾ ਪਿਆਰਾ ਹੈ। ਇਹ ਸੀਨਾ ਬਿਧੀ ਚੰਦ ਗੁਰੂ ਦਾ ਸੀਨਾ ਹੈ। ਗੁਰੂ ਦੇ ਰਸ ਵਿੱਚ ਇਹ ਸਦਾ ਹੀ ਭਿੱਜਿਆ ਰਹਿੰਦਾ ਹੈ। ਸਰਬ ਵਿਕਾਰਣ ਤੇ ਉਰਹੀਨਾ, ਹਮਰੇ ਉਰ ਆਨੰਦ ਕੋ ਦੀਨਾ। ਇਹ ਬਿਧੀ ਚੰਦ ਗੁਰੂ ਦਾ ਐਸਾ ਸੀਨਾ। ਔਰ ਸੀਨਾ ਕਿਹਨੂੰ ਕਹਿੰਦੇ ਨੇ ਜੀ? ਦੇਖੋ ਬੰਦਾ ਕੋਈ ਕੰਮ ਕਰੇ ਨਾ ਤੇ ਕੰਮ ਆਪੋ ਆਪਣੀ ਨਜ਼ਰ ਨਾਲ ਸਾਰੇ ਆਪਣੇ ਵੱਲੋਂ ਚੰਗੇ ਹੀ ਕਰਦੇ ਨੇ। ਸਾਨੂੰ ਬਹੁਤੇ ਮਿਲ ਜਾਂਦੇ ਨੇ ਨਾ, ਕਤਲ ਵੀ ਕੀਤਾ ਹੋਏ ਤੇ ਫਿਰ ਛਾਤੀ 'ਤੇ ਹੱਥ ਮਾਰ ਕੇ ਕਹਿੰਦੇ ਨੇ ਮੈਂ ਕੀਤਾ ਹੈ। ਚੰਗਾ ਕੰਮ ਕੋਈ ਕਰ ਲੇ ਤਾਂ ਵੀ ਛਾਤੀ 'ਤੇ ਹੱਥ ਮਾਰ ਮਾਰ ਕੇ ਕਹਿੰਦੇ ਨੇ ਮੈਂ ਕੀਤਾ ਹੈ, ਭਾਵ ਕਿ ਆਪਣੇ ਆਪ 'ਤੇ ਮਾਣ ਕਰਦਾ ਹੈ ਨਾ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਸਾਡਾ ਸੀਨਾ ਦਾ ਭਾਵ ਹੈ, ਬਿਧੀ ਚੰਦ ਸਾਡਾ ਮਾਣ ਹੈ। ਸਤਿਗੁਰੂ ਜੀ ਨੇ ਉੱਥੇ ਫਿਰ ਬਚਨ ਕੀਤੇ, ਕਹਿੰਦੇ ਇਹ ਸਾਰੇ ਵਿਕਾਰਾਂ ਨੂੰ ਇਹਨੇ ਮਾਰਿਆ ਹੋਇਆ ਹੈ। ਇਹਨੇ ਸਾਡੇ ਅੰਦਰ ਨੂੰ ਬੜਾ ਆਨੰਦ ਦਿੱਤਾ, ਆਪ ਆਨੰਦ ਵਿੱਚ ਟਿਕਿਆ ਹੋਇਆ ਹੈ। ਦੁਸ਼ਕਰ ਕਾਜ ਸੁਖਮ ਕਰ ਲੈਨਾ, ਗੁਰੂ ਸੇਵ ਮਹਿ ਸੁਮਤ ਪ੍ਰਬੀਨਾ।
ਭਾਈ ਗੁਰੂ ਦਾ ਸਿਮਰਨ, ਗੁਰੂ ਦੀ ਸੇਵਾ ਕਿਵੇਂ ਕਰੀਦੀ, ਇਹ ਭਾਈ ਬਿਧੀ ਚੰਦ ਤੋਂ ਸਿੱਖ ਲਿਓ ਕਿ ਗੁਰੂ ਦੀ ਸੇਵਾ ਦੇ ਵਾਸਤੇ ਐਡਾ ਦੁਸ਼ਕਰ ਕੰਮ ਕਹਿੰਦੇ ਨੇ ਜਿਹੜਾ ਬੜਾ ਹੀ ਮੁਸ਼ਕਲ ਹੈ, ਇੱਥੋਂ ਤੱਕ ਕਿ ਨਾ ਹੋਣ ਵਾਲਾ ਹੀ ਹੈ ਕਿ ਬਾਦਸ਼ਾਹ ਜਿੱਥੇ ਸਾਰੇ ਸਿਪਾਹੀ ਦੁਗਣੇ ਚੌਗਣੇ ਅੱਗੇ ਨਾਲੋਂ ਸੁਚੇਤ ਸਨ ਕਿ ਇੱਕ ਘੋੜਾ ਪਹਿਲੋਂ ਗਵਾਚ ਗਿਆ, ਉਸ ਔਖੇ ਕੰਮ ਨੂੰ ਇਸ ਗੁਰੂ ਦੇ ਸੀਨੇ ਨੇ ਉੱਥੋਂ ਜਾ ਕੇ ਕਰ ਲਿਆ ਹੈ ਔਰ ਬੜਾ ਸੌਖਾ ਕਰ ਲਿਆ। ਇਸ ਕੇ ਸੰਸਰ ਅਪਰਣਾ ਚੀਨਾ, ਸਭ ਕੋ ਮਨ ਬਿਸਮਾਵਣ ਕੀਨਾ। ਸਤਿਗੁਰੂ ਜੀ ਕਹਿੰਦੇ ਨੇ ਇਸ ਭਾਈ ਬਿਧੀ ਚੰਦ ਵਰਗਾ ਜਿਵੇਂ ਦਾ ਚਤੁਰ ਇਹ ਹੈ, ਇਵੇਂ ਦੀ ਸਿਆਣਪ ਵਾਲਾ ਦੂਸਰਾ ਕੋਈ ਵੀ ਨਹੀਂ ਕਿ ਸਭ ਕੋ ਮਨ ਬਿਸਮਾਵਣ ਕਿੰਨਾ, ਸਾਰੇ ਦੇ ਮਨਾਂ ਨੂੰ ਅੰਦਰਾਂ ਨੂੰ ਹੈਰਾਨ ਕਰ ਦਿੱਤਾ। ਹੈਰਾਨੀ ਵਾਲੀ ਗੱਲ ਸੀ ਨਾ ਜੀ ਕਿ ਹਜ਼ਾਰਾਂ ਦੀ ਫੌਜ ਹੋਵੇ, ਕਿਲ੍ਹਾ ਹੋਵੇ, ਕਿਲ੍ਹੇ ਦੇ ਵਿੱਚੋਂ ਬਾਦਸ਼ਾਹ ਦੇ ਸਾਹਮਣੇ ਲਲਕਾਰਾ ਮਾਰ ਕੇ ਘੋੜਾ ਲੈ ਆਵੇ ਕਿ ਮੈਂ ਲੈ ਚੱਲਿਆ, ਫੜਨਾ ਤੇ ਫੜ ਲੈ, ਫੜ ਸਕਣਾ ਤੇ ਫੜ ਲੈ। ਕਹਿ ਕਹਾਂ ਲੱਗ ਤੋਹੇ ਬੜਾਈ, ਅਤ ਚਾਤਰਤਾ ਚਿਤ ਉਪਜਾਈ। ਸਤਿਗੁਰੂ ਜੀ ਪ੍ਰਸੰਨ ਹੋ ਕੇ ਕਹਿੰਦੇ ਨੇ ਬਿਧੀ ਚੰਦ ਤੇਰੀ ਵਡਿਆਈ ਕਿੱਥੋਂ ਤੱਕ ਗਈ ਹੈ, ਇਹ ਜਿਹੜੀ ਚਲਾਕੀਆਂ ਤੇਰੀਆਂ ਨੇ, ਜਿਹੜੀ ਚਲਾਕੀ ਤੂੰ ਕਰਕੇ ਆਇਆ ਇਹ ਤੂੰ ਹੀ ਕਰ ਸਕਣਾ। ਛਲੇ ਸ਼ਾਹੋ ਜੁਤ ਤੁਰਕ ਘਨੇਰੇ, ਅਚਰਜ ਚਲਤ ਲਖੇ ਨਹ ਤੇਰੇ। ਜੇ ਰੱਬ ਤੇ ਚਲਤ ਅਚਰਜ ਨੇ ਤੇ ਭਾਈ ਬਿਧੀ ਚੰਦ ਚਲਤ ਤੇਰੇ ਵੀ ਅਚਰਜ ਹੀ ਨੇ, ਹੈਰਾਨ ਹੀ ਕਰਨ ਵਾਲੇ ਨੇ। ਔਰ ਇਦੋਂ ਵੱਧ ਹੈਰਾਨ ਕਰਨ ਵਾਲੇ ਚਲਤ ਹੋਰ ਕਿਹੜੇ ਹੋਣਗੇ ਕਿ ਬਾਦਸ਼ਾਹ ਨੂੰ ਛਾਲਿਆ, ਐਡਾ ਵੱਡਾ ਦਰੋਗਾ, ਇਹਦੀ ਸੈਨਾਪਤੀ, ਕਿਸੇ ਨੂੰ ਵੀ ਸਮਝ ਨਹੀਂ ਲੱਗਣ ਦਿੱਤੀ, ਸਭ ਦੇ ਮੱਤ ਮਾਰ ਦਿੱਤੀ, ਸਭ ਨੂੰ ਛਾਲਿਆ। ਜੋ ਦਰੋ ਜੇਠਾ ਵਿਦਿਆ ਮਿਲੇ, ਸਭਨ ਕਰਿਓ ਸਰਾਹਣ ਭਲੇ। ਭਾਈ ਜੋਧ ਜੀ ਮਿਲੇ, ਭਾਈ ਜੇਠਾ ਜੀ ਬਿਧੀ ਚੰਦ ਨੂੰ ਮਿਲੇ, ਸਾਰਿਆਂ ਨੇ ਬਿਧੀ ਚੰਦ ਦੀ ਬੜੀ ਸਲਾਹ ਕੀਤੀ, ਸਿਫਤ ਸਲਾਹ ਕੀਤੀ। ਸਾਧ ਸਭ ਸਭਾ ਸੁਣਾਵੇ, ਇਹ ਕਾਰਜ ਤੋਂ ਹੀ ਬਣਿਆ ਵੇ। ਭਾਈ ਜੇਠਾ ਯਾਦਕ ਸਾਰੇ ਕਹਿੰਦੇ ਨੇ ਸ਼ਾਬਾਸ਼ ਬਿਧੀ ਚੰਦ, ਸ਼ਾਬਾਸ਼ ਕਿ ਇਹ ਕਾਰਜ ਜਿਹੜਾ ਹੈ ਇਹ ਤੂੰ ਹੀ ਕਰ ਸਕਣਾ ਸੀ, ਤੈਨੂੰ ਹੀ ਬਣ ਆਉਂਦਾ ਹੈ। ਅਪਰ ਕੌਣ ਕਰ ਸਾਕੇ ਐਸੇ, ਛਲੇ ਤੁਰਕ ਤੁਰ ਕੇਸਰ ਜੈਸੇ। ਕਿ ਹੋਰ ਕੌਣ ਇਵੇਂ ਦਾ ਕੰਮ ਕਰ ਸਕਦਾ ਕਿ ਜਿਹੜਾ ਬਾਦਸ਼ਾਹ ਨੂੰ ਵੀ ਛਲ ਲਿਆ ਵੇ, ਇਹ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਕਰ ਸਕਦਾ। ਮਨੋ ਕਲੰਕਤ ਕਿਨੇ ਸਾਰੇ, ਰਹੇ ਬਸੂਰਤ ਕੋ ਮਤ ਵਿਚਾਰੇ। ਭਾਈ ਜੇਠਾ ਜੀ ਕਹਿੰਦੇ ਨੇ ਬਿਧੀ ਚੰਦ ਜੀ ਇਹ ਤੇ ਤੂੰ ਇਸ ਤਰ੍ਹਾਂ ਕਿ ਜਿਵੇਂ ਉਹਨਾਂ ਸਾਰਿਆਂ ਦੇ ਸਿਰ ਮੱਥੇ ਤੇ ਕਲੰਕ ਲਾ ਗਿਆ ਹੈ ਕਿ ਤੁਹਾਡੇ ਵਿੱਚ ਕੋਈ ਵੀ ਸਿਆਣਾ ਨਹੀਂ, ਕਿਸੇ ਨੂੰ ਸਮਝ ਨਹੀਂ ਲੱਗੀ, ਇਹ ਕੰਮ ਕਰਕੇ ਆਇਆ, ਉਹਨਾਂ ਦੇ ਮੱਥੇ ਤੇ ਕਲੰਕ ਲਾ ਕੇ ਆਇਆ। ਹੈ ਗੁਲਬਾਗ ਲਿਏ ਗੁਰ ਸੰਗ, ਮੇਲਿਓ ਜਹੇ ਦਿਲ ਬਾਗ ਤੁਰੰਗ। ਸਤਿਗੁਰੂ ਜੀ ਨੇ ਇਹ ਦੂਸਰਾ ਘੋੜਾ ਜਿਹਦਾ ਨਾਮ ਗੁਲਬਾਗ ਹੈ, ਆਪ ਇਹਦੀ ਵਾਗ ਫੜੀ, ਹੱਥ ਦੇ ਨਾਲ ਫੜਿਆ, ਗੁਲਬਾਗ ਨੂੰ ਉੱਥੇ ਲੈ ਗਏ ਜਿੱਥੇ ਦਿਲਬਾਗ ਘੋੜਾ ਖੜਾ ਹੋਇਆ ਸੀ, ਦੋਵਾਂ ਨੂੰ ਮਿਲਾ ਦਿੱਤਾ ਜੀ। ਪਿਖਤ ਪਰਸ ਪਾਰ ਜੁਗ ਹੈ ਨਾਏ, ਕਰੇ ਨੇਰ ਦਵੈ ਘਰਾਣ ਮਿਲਾਏ। ਇੱਕ ਦੂਜੇ ਨੂੰ ਵੇਖ ਕੇ ਘੋੜੇ ਹਿਣਕੇ ਕਿ ਵਿਛੜੇ ਹੋਏ ਸੀ, ਮਿਲ ਗਏ, ਦੋਵਾਂ ਨੂੰ ਨੇੜੇ ਕੀਤਾ। ਦੋਵਾਂ ਨੇ ਨਾਸਾਂ ਜਿਹੜੀਆਂ ਨੇ ਆਪਣੇ ਮੂੰਹ ਇੱਕ ਦੂਜੇ ਨਾਸਾਂ ਦੇ ਨਾਲ ਨਾਸਾਂ ਮਿਲਾਈਆਂ, ਜਿਹੜਾ ਉਹਨਾਂ ਦਾ ਢੰਗ ਤਰੀਕਾ ਤਰ੍ਹਾਂ ਦੇ ਨਾਲ ਮਿਲਣੀ ਕੀਤੀ। ਮ੍ਰਿਦਲ ਹਰੇਖਾ ਬੋਲਤ ਭਲੇ, ਜਨ ਜੁਗ ਭਰਾਤ ਬਿਸ਼ਰਤ ਬਹੁ ਮਿਲੇ। ਕਹਿੰਦੇ ਬੜੇ ਮਿੱਠੀ ਮਿੱਠੀ ਜਿਹੀ ਆਵਾਜ਼ ਦੇ ਵਿੱਚ, ਜ਼ੋਰ ਦੀ ਪਹਿਲੋਂ ਹਿਣਕੇ ਫਿਰ ਹੌਲੀ ਹੌਲੀ ਹਿਣਕਦੇ ਨੇ, ਫੁਰਕਦੇ ਨੇ ਕਿ ਵਿਛੜੇ ਹੋਏ ਭਰਾ ਫਿਰ ਮਿਲ ਗਏ। ਦਾਸਨ ਕੋ ਤਾ ਗੀਤ ਬਖਾਨੀ, ਹੈ ਕੇ ਸੇਵਾ ਕਰੋ ਮਹਾਨੀ। ਸਤਿਗੁਰੂ ਜੀ ਨੇ ਸਿੱਖਾਂ ਨੂੰ, ਦਾਸਾਂ ਨੂੰ, ਸੇਵਕਾਂ ਨੂੰ ਤਾਕੀਦ ਕੀਤੀ, ਭਾਈ ਇਹਨਾਂ ਦੋਵਾਂ ਦੀ ਬੜੀ ਸੇਵਾ ਕਰਿਓ। ਇਹ ਸ਼ਰਮਤ ਬਹੁ ਮਾਲਸ ਕਰੀਐ, ਖਾਣ ਪਾਣ ਸਭ ਆਗੇ ਧਰੀਐ। ਅਤੇ ਖਾਸ ਕਰਕੇ ਇਹ ਗੁਲਬਾਗ ਘੋੜਾ ਹੁਣ ਸਫ਼ਰ ਕਰਕੇ ਆਇਆ, ਬੜਾ ਥੱਕਿਆ ਹੈ, ਇਹਦੇ ਮਾਲਿਸ਼ ਕਰਵਾਓ, ਖਾਣ ਪਾਣ ਵਾਸਤੇ ਇਹਨਾਂ ਦੀ ਜਿਹੜੀ ਖੁਰਾਕ ਉਹ ਇਹਨਾਂ ਨੂੰ ਦਿਓ।
ਸੌਂਪਣ ਕਰ ਜੇਠੇ ਕੋਹ ਤਬੈ, ਰਾਖਣ ਤਕਰਾਏ ਬਿਦ ਸਭੈ। ਇਹ ਗੁਲਬਾਗ ਘੋੜਾ ਵੀ ਸਤਿਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਸੌਂਪ ਦਿੱਤਾ। ਭਾਈ ਜੇਠਾ ਜੀ ਦੇ ਹਵਾਲੇ ਕਰ ਦਿੱਤਾ ਕਿ ਪਹਿਲਾ ਘੋੜਾ ਵੀ ਸੇਵਾ ਵਾਸਤੇ ਦਿੱਤਾ ਹੈ, ਅਤੇ ਭਾਈ ਜੇਠਾ ਜੀ ਇਹਨਾਂ ਦੀ ਸੇਵਾ ਤੁਸੀਂ ਆਪਣੀ ਨਿਗਰਾਨੀ ਦੇ ਵਿੱਚ ਕਰਾਇਓ। ਇਹਨਾਂ ਦੀ ਜਿਹੜੀ ਚੰਗੀ ਤਰ੍ਹਾਂ ਰਾਖੀ ਵੀ ਰੱਖਣੀ ਹੈ। ਵਿਦੇ ਚੰਦ ਕੇ ਗਹਿ ਕਰ ਬਾਹੂ, ਆਏ ਪੁਨ ਦੀਵਾਨ ਕੇ ਮਾਹੂ। ਸਤਿਗੁਰੂ ਜੀ ਨੇ ਭਾਈ ਬਿਧੀ ਚੰਦ ਦੀ ਬਾਂਹ ਫੜੀ, ਬਾਂਹ ਫੜ ਕੇ ਦੀਵਾਨ ਦੇ ਵਿੱਚ ਫਿਰ ਆਏ, ਭਾਈ ਬਿਧੀ ਚੰਦ ਨੂੰ ਨਾਲ ਲੈ ਕੇ ਆਏ। ਵਿਕਸਤ ਬੋਲਤ ਬੂਝਤ ਬਾਤ, ਸਭਨ ਸੁਣਾਵੋ ਸਰਬ ਬਿਰਤਾਂਤ। ਸਤਿਗੁਰੂ ਜੀ ਮੁਸਕਰਾਉਂਦੇ ਨੇ, ਬਿਧੀ ਚੰਦ ਦੀ ਬਾਂਹ ਨਹੀਂ ਛੱਡੀ, ਆ ਕੇ ਦੀਵਾਨ ਵਿੱਚ ਬੈਠੇ ਨਾਲ ਹੀ ਬਿਠਾ ਲਿਆ। ਮੁਸਕਰਾ ਕੇ ਕਹਿੰਦੇ ਨੇ, ਬਿਧੀ ਚੰਦ ਇਹ ਘੋੜਿਆਂ ਦਾ ਜਿਹੜਾ ਪ੍ਰਸੰਗ ਹੈ ਨਾ, ਜਿਵੇਂ ਲੈ ਕੇ ਆਇਆ, ਇਹ ਸਾਰੀ ਸੰਗਤ ਨੂੰ ਸੁਣਾਓ। ਸੂਰਬੀਰ ਯੋਧੇ ਸਾਰੇ ਬੈਠੇ ਨੇ, ਸਭ ਨੂੰ ਸੁਣਾਓ। ਕਿਮ ਤੁਰੰਗ ਪੂਰਬ ਕੋ ਆਨਿਓ, ਮਿਲਿਓ ਸ਼ਾਹ ਸੋ ਕਹਾਂ ਬਖਾਨਿਓ। ਬਿਧੀ ਚੰਦ ਸਾਰਿਆਂ ਨੂੰ ਦੱਸੋ ਕਿ ਪਹਿਲਾ ਘੋੜਾ ਕਿਹੜੇ ਢੰਗ ਦੇ ਨਾਲ ਆਉਂਦਾ, ਬਾਦਸ਼ਾਹ ਨੂੰ ਕਿਵੇਂ ਮਿਲਿਆ, ਕੀ ਉਹਨੂੰ ਜਾ ਕੇ ਕਿਹਾ ਹੈ। ਦੂਸਰ ਕੋ ਕੈਸੇ ਹਰਿਓ, ਮਤ ਅੰਦੇ ਸਭ ਕੋ ਕਿਮ ਕਰਿਓ। ਦੂਸਰਾ ਘੋੜਾ ਉਹਨਾਂ ਤੋਂ ਕਿਵੇਂ ਖੋਇਆ। ਬਿਧੀ ਚੰਦ ਜੀ ਉਹਨਾਂ ਦੀ ਮੱਤ ਦੂਸਰੇ ਵਾਰੀ ਕਿਵੇਂ ਮਾਰੀ ਹੈ, ਸਾਰਿਆਂ ਨੂੰ ਸੁਣਾਓ। ਬਿਖਮ ਸਥਾਨ ਦੁਰਗ ਬਟ ਗਾਡੇ, ਰਹਿਤ ਹਜ਼ਾਰੋ ਨਰ ਜਹ ਠੰਡੇ। ਕਿਉਂਕਿ ਬੜੇ ਔਖੇ ਥਾਂ ਦੇ ਕਿਲੇ ਦੇ ਵਿੱਚ ਸੀ ਘੋੜਾ ਵੱਜਿਆ ਹੋਇਆ, ਜਿੱਥੇ ਹਜ਼ਾਰਾਂ ਹੀ ਇਸ ਘੋੜੇ ਦੀ ਰਾਖੀ ਕਰਨ ਵਾਲੇ ਸੈਨਿਕ ਰੱਖੇ ਹੋਏ ਸਨ। ਅਣਕ ਰੇਤ ਕਰ ਜਹਤ ਕਰਾਈ, ਕਿਮ ਉਲੰਗ ਆਇਓ ਇਸ ਥਾਈ। ਤੇ ਕਿਲੇ ਦੇ ਅੰਦਰ ਨਹੀਂ, ਤਕੜਾਈ ਤੇ ਕਿਲੇ ਦੇ ਬਾਹਰ ਵੀ ਰੱਖੀ ਹੋਣੀ ਬਾਦਸ਼ਾਹ ਨੇ, ਕਿ ਕਿਵੇਂ ਸਾਰਾ ਪੈਂਡਾ ਲੰਘ ਕੇ ਤੈਅ ਕਰਕੇ ਇੱਥੋਂ ਤੱਕ ਪਹੁੰਚ ਗਿਆ। ਸਾਰਿਆਂ ਨੂੰ ਸੁਣਾਓ। ਜਿਨ ਦੇਖੇ ਸੋ ਅਤ ਬਿਸਮਾਏ, ਸੁਣੇ ਜਹਾਂ ਕਹਿ ਹੈ ਨਰ ਸਮੁਦਾਏ। ਕਿ ਜਿੰਨੇ ਵੀ ਕਿਸੇ ਨੇ ਘੋੜਾ ਵੇਖਿਆ, ਗੱਲ ਸੁਣੀ, ਸਾਰੇ ਹੈਰਾਨ ਹੋ ਗਏ ਨੇ। ਇੱਥੇ ਸਾਰੇ ਇਕੱਠੇ ਹੋਏ ਨੇ, ਸਾਰੇ ਸੁਣ ਗਏ। ਭਾਈ ਬਿਧੀ ਚੰਦ ਆਪਣੇ ਮੂੰਹੋਂ ਸੁਣਾਓ। ਸੋ ਪੇ ਸਕਰੇ ਲਖੇ ਅਚੰਭਾ, ਬਿਦਤ ਹੈ ਜਗ ਸੋ ਦੰਭ ਆਰੰਭਾ। ਸਤਿਗੁਰੂ ਕਹਿੰਦੇ ਨੇ, ਪਹਿਲੇ ਘੋੜੇ ਬਾਰੇ ਜਿੰਨੇ ਵੀ ਸੁਣਿਆ ਨਾ, ਬਿਧੀ ਚੰਦ ਉਹ ਦੰਗ ਹੀ ਰਹਿ ਗਏ, ਹੈਰਾਨ ਹੀ ਰਹਿ ਗਏ। ਮੂੰਹ ਦੇ ਵਿੱਚ ਉਂਗਲੀਆਂ ਪਾ ਲਈਆਂ ਕਿ ਇਹ ਕੰਮ ਕਿਵੇਂ ਹੋ ਸਕਦਾ ਹੈ। ਅਪਰ ਕੌਣ ਕਰ ਸਾਕੇ ਐਸੇ, ਅਚਰਜ ਲੱਖ ਕਹਿ ਕੀਨਸ ਕੈਸੇ। ਕਿਉਂਕਿ ਤੇਰੇ ਤੋਂ ਬਿਨਾਂ ਕੋਈ ਕੰਮ ਹੋਰ ਕਰ ਹੀ ਨਹੀਂ ਸੀ ਸਕਦਾ। ਸਾਰੇ ਹੈਰਾਨ ਹੁੰਦੇ ਨੇ ਕਿ ਇਹ ਕੰਮ ਕਿਵੇਂ ਕਰ ਲਿਆ ਬਿਧੀ ਚੰਦ ਨੇ, ਕਿਵੇਂ ਹੋ ਸਕਦਾ ਹੈ। ਬ੍ਰਿੰਦ ਮਸੰਦ ਜੋਤ ਤੇ ਆਦ, ਕਹੋ ਗਾਥਾ ਸੁਣ ਹੋਏ ਬਿਸਮਾਦ। ਸਤਿਗੁਰੂ ਜੀ ਸੈਨਿਕਾਂ ਵੱਲੇ ਹੱਥ ਕਰਕੇ ਕਹਿੰਦੇ ਨੇ, ਆਹ ਰਾਏ ਜੋਤ ਦੇ ਸੈਨਿਕ ਵੀ ਬੈਠੇ ਨੇ, ਜਿੰਨੇ ਸੁਣੇ ਸਾਰੇ ਹੈਰਾਨ ਹੁੰਦੇ ਨੇ ਕਿ ਕੰਮ ਕਿਵੇਂ ਹੋ ਸਕਦਾ ਹੈ। ਵਿਦਿਆ ਕਹਿਤ ਭਇਓ ਸੁਣ ਸੁਆਮੀ, ਤੁਮ ਸਭ ਜਾਣਤੇ ਅੰਤਰ ਜਾਮੀ। ਇਹ ਸੁਣ ਕੇ ਭਾਈ ਬਿਧੀ ਚੰਦ ਨੇ ਹੱਥ ਜੋੜੇ ਕਿ ਸਤਿਗੁਰੂ ਜੀ ਤੁਸੀਂ ਅੰਤਰਜਾਮੀ ਹੋ, ਸਾਰੇ ਦੇ ਅੰਦਰ ਦੀਆਂ ਜਾਣਨ ਵਾਲੇ ਹੋ, ਸਭ ਕੁਝ ਜਾਣਦੇ ਹੋ। ਮੋਹੇ ਬਦਨ ਤੇ ਸਭ ਕੋ ਸਰੋਣ, ਚਹੋ ਸੁਨਾਵਣ ਕਰਨਾ ਪਾਉਣ। ਪਰ ਸਤਿਗੁਰੂ ਜੀ ਜੇ ਤੁਸੀਂ ਮੇਰੇ 'ਤੇ ਕਿਰਪਾ ਕਰਕੇ ਮੇਰੇ ਮੂੰਹ ਸਾਰਿਆਂ ਨੂੰ ਸੁਣਾਉਣਾ ਹੀ ਚਾਹੁੰਦੇ ਹੋ, ਤੇ ਫਿਰ ਆਪ ਜੀ ਦਾ ਬਚਨ ਤੇ ਮੈਂ ਨਹੀਂ ਮੋੜ ਸਕਦਾ। ਤੋ ਮੈਂ ਕਹੂੰ ਬ੍ਰਿਤਾਂਤ ਅਬ ਸਾਰਾ, ਪ੍ਰਥਮ ਰਹਿਓ ਬਨ ਕਰ ਕਸਿਆਰਾ। ਇਸ ਕਰਕੇ ਸਤਿਗੁਰੂ ਜੀ ਫਿਰ ਮੈਂ ਸਾਰਾ ਪ੍ਰਸੰਗ ਦੱਸ ਦਿੰਦਾ। ਜਦੋਂ ਪਹਿਲੇ ਘੋੜੇ ਨੂੰ ਲੈਣ ਵਾਸਤੇ ਗਿਆ, ਮੈਂ ਕਸਿਆਰਾ ਬਣ ਕੇ ਗਿਆ। ਕਸਿਆਰਾ ਬਣ ਕੇ ਜਾ ਕੇ ਕਿਲੇ ਦੇ ਵਿੱਚ ਰਹਿ ਕੇ ਘੋੜਿਆਂ ਦੀ ਸੇਵਾ ਕੀਤੀ। ਮੋਹੇ ਬਦਨ ਤੇ ਸਭ ਕੇ ਸਰੋਨ, ਚਹੋ ਸੁਨਾਵਣ ਕਰਨਾ ਪਹੁਣ। ਤੋ ਮੈਂ ਕਹੂੰ ਬ੍ਰਿਤਾਂਤ ਅਬ ਸਾਰਾ, ਪ੍ਰਥਮ ਰਹਿਓ ਬਨ ਕਰ ਕਸਿਆਰਾ। ਸੇਵ ਹੈਨ ਕੇ ਇਸ ਬਿਦ ਕੀਏ, ਜਿਸ ਕੋ ਦੇਖ ਰੇਜ ਸਭ ਗਏ। ਕਸਿਆਰਾ ਬਣ ਕੇ ਘੋੜਿਆਂ ਦੀ ਇੰਨੀ ਸੇਵਾ ਕੀਤੀ
ਕਿ ਜਿਹੜਾ ਕੋਈ ਵੇਖਦਾ ਸੀ ਸੇਵਾ ਕਰਦੇ ਨੂੰ ਬਸ ਉਹ ਰੀਝ ਹੀ ਜਾਂਦਾ ਸੀ। ਦਰੋਗਾ ਜਿਹੜਾ ਸੀ ਉਹ ਬੜਾ ਖੁਸ਼ ਹੋਇਆ। ਧਰਿਓ ਜੇਨ ਸੋ ਥਾਨ ਨਿਹਾਰਾ, ਨਿਕਸਣ ਹੇਤ ਭੇਤ ਲੈ ਸਾਰਾ। ਮੇਰੇ ਤੇ ਇੰਨੇ ਸਾਰੇ ਖੁਸ਼ ਹੋਏ ਕਿ ਜਿੱਥੇ ਘੋੜਿਆਂ ਦੀਆਂ ਕਾਠੀਆਂ ਪਈਆਂ ਸਨ ਉਹ ਕਾਠੀਆਂ ਵਾਲੀ ਥਾਂ ਵੀ ਉਹਨਾਂ ਨੇ ਵਿਖਾ ਦਿੱਤੀ, ਕਾਠੀਆਂ ਵੀ ਵਿਖਾਈਆਂ। ਨਿਕਸਣ ਹੇਤ ਭੇਤ ਲੈ ਸਾਰਾ, ਉੱਥੋਂ ਬਾਹਰ ਨਿਕਲਣ ਵਾਸਤੇ ਮੈਂ ਸਾਰਾ ਭੇਤ ਜਾਣਿਆ। ਕਰ ਇਕੱਤਰ ਸੇਵਕ ਸਮੁਦਾਇ, ਸਾਰ ਬਾਰਣੀ ਆਨ ਪਿਲਾਈ। ਕਿ ਖਾਲਸਾ ਜੀ ਪਹਿਲੋਂ ਤਾਂ ਮੈਂ ਸਾਰਿਆਂ ਨੂੰ ਇਕੱਠੇ ਕਰਕੇ ਜਦੋਂ ਪਹਿਲਾ ਘੋੜਾ ਲਿਆਇਆ, ਜਿੰਨੇ ਉੱਥੇ ਨੌਕਰ ਸਨ ਸੈਨਿਕ ਸਨ, ਇਕੱਠਿਆਂ ਨੂੰ ਕਰਕੇ ਸਾਰਿਆਂ ਨੂੰ ਸ਼ਰਾਬ ਪਿਆ ਕੇ ਬੇਹੋਸ਼ ਕੀਤਾ, ਉਹਨਾਂ ਦੀ ਮੱਤ ਮਾਰੀ। ਸਭ ਅਚੇਤ ਭੇ ਲੈ ਨਿਸਕੂਰਾ, ਪਾਏ ਜੀਨ ਰਸਰਨ ਤੇ ਸ਼ੂਰਾ। ਜਦੋਂ ਸਾਰੇ ਨਸ਼ੇ ਵਿੱਚ ਬੇਹੋਸ਼ ਹੋ ਗਏ, ਉਹ ਰਾਤ ਨੂੰ ਘੋੜਾ ਮੈਂ ਖੋਲ੍ਹਿਆ, ਰੱਸੀਆਂ ਤੋਂ ਖੋਲ੍ਹਿਆ। ਦਿਸ ਦਰਿਆਓ ਦੁਰਗ ਦੀਵਾਰ, ਹੈ ਚੜ ਚਾਬਕ ਹੱਥ ਕੇ ਸ਼ਾਰ। ਕਿ ਦਰਿਆ ਦੇ ਨਾਲ ਕਿਲੇ ਦੀ ਕੰਧ ਲੱਗਦੀ ਸੀ। ਭਾਈ ਬਿਧੀ ਚੰਦ ਕਹਿੰਦੇ ਪਹਿਲਾ ਘੋੜਾ ਜਦੋਂ ਆਉਂਦਾ, ਕਾਠੀ ਪਾਉਣ ਤੋਂ ਬਾਅਦ ਕਾਠੀ ਦੇ ਉੱਤੇ ਜਦੋਂ ਸਵਾਰ ਹੋ ਕੇ ਬੈਠਾ, ਘੋੜੇ ਨੂੰ ਮੈਂ ਜ਼ੋਰ ਦੀ ਮਾਰੀ ਚਾਬਕ। ਕਹਿੰਦੇ ਉਹ ਘੋੜਾ ਜਿਹੜਾ ਸੀ ਕੰਧ ਵੀ ਪਾਰ ਕਰ ਗਿਆ, ਉਹਨੇ ਕੰਧ ਦੀ ਵੀ ਪਰਵਾਹ ਨਹੀਂ ਕੀਤੀ। ਸੁਣੋ ਪ੍ਰਭੂ ਜੇ ਕੂਦਿਓ ਐਸੇ, ਪੰਛੀ ਉਡਿਓ ਜਾਤ ਕੋ ਜੈਸੇ। ਹੁਣ ਭਾਈ ਬਿਧੀ ਚੰਦ ਜਿਵੇਂ ਜਿਵੇਂ ਸੁਣਾਉਂਦਾ, ਨਾਲੇ ਭਾਈ ਬਿਧੀ ਚੰਦ ਖੁਸ਼ ਹੁੰਦਾ, ਨਾਲੇ ਸੰਗਤਾਂ ਤੇ ਖੁਸ਼ ਹੁੰਦੀਆਂ ਪਈਆਂ ਨੇ। ਉਦੋਂ ਵੀ ਸਿੱਖ ਇਸੇ ਤਰ੍ਹਾਂ ਖੁਸ਼ ਹੁੰਦੇ ਸਨ ਕਿ ਸਤਿਗੁਰੂ ਜੀ ਜਦੋਂ ਘੋੜੇ ਨੂੰ ਮੈਂ ਮਾਰੀ ਛੜੀ, ਇਵੇਂ ਦੇ ਛਾਲ ਮਾਰੀ ਕਿ ਛਾਲ ਨਹੀਂ ਜਿਵੇਂ ਪੰਛੀ ਉੱਡਦਾ ਨਾ, ਬਸ ਉੱਡ ਹੀ ਪਿਆ। ਕਿਉਂਕਿ ਕੰਧ ਵੀ ਉੱਚੀ ਸੀ, ਕੰਧ ਦੀ ਪ੍ਰਵਾਹ ਵੀ ਨਹੀਂ ਕੀਤੀ। ਇੱਕ ਬਾਰ ਬੇਗਿਓ ਲਗ ਬਾਰੇ, ਪੁਨ ਜਾਨੂ ਲਗ ਰਖ ਪਾਪਾਰੀ। ਕਿਉਂਕਿ ਇੱਕ ਵਾਰੀ ਘੋੜੇ ਤੇ ਛਾਲ ਮਾਰੀ ਤੋਂ ਕੰਧ ਦੇ ਦਰਿਆ ਦੇ ਵਿੱਚ, ਤੇ ਸੁਭਾਵਿਕ ਸੀ ਘੋੜਾ ਜਿਹੜਾ ਪਾਣੀ ਵਿੱਚ ਡੁੱਬਿਆ, ਸਣੇ ਘੋੜੇ ਮੈਂ ਵੀ ਡੁੱਬਿਆ। ਪਰ ਸਤਿਗੁਰੂ ਜੀ ਮੈਂ ਘੋੜੇ ਨੂੰ ਸੰਭਾਲਿਆ, ਆਪਣੇ ਆਪ ਨੂੰ ਸੰਭਾਲਿਆ। ਤੇ ਫਿਰ ਘੋੜਾ ਪਾਣੀ ਦੇ ਵਿੱਚ ਇਵੇਂ ਤਰਦਾ ਸੀ ਕਿ ਜਿਵੇਂ ਪੰਛੀ ਜਾਂਦਾ ਹੋਇਆ, ਉੱਡਦਾ ਹੋਇਆ। ਕਿਉਂਕਿ ਛਾਤੀ ਤੱਕ ਹੀ ਪਾਣੀ ਰਹਿੰਦਾ ਸੀ, ਮੇਰੇ ਗੋਡਿਆਂ ਤੱਕ ਹੀ ਆਉਂਦਾ ਸੀ, ਉੱਤੋਂ ਸਾਰੇ ਘੋੜਾ ਸੁੱਕਿਆ। ਮਗ ਨਿਚਿੰਤ ਸਲਤਾ ਤਰ ਆਇਓ, ਸਿਰ ਧੁਨ ਧੁਨ ਹਜ਼ਰਤ ਪਛਤਾਇਓ। ਸਤਿਗੁਰੂ ਜੀ ਮੈਂ ਤੇ ਆਪ ਜੀ ਦੇ ਭਰੋਸੇ ਤੇ ਨਿਚਿੰਤ ਹੋ ਕੇ ਸਾਰਾ ਪਿੰਡ ਤੈਅ ਕਰਕੇ ਇੱਧਰ ਆ ਗਿਆ। ਪਿੱਛੇ ਬਾਦਸ਼ਾਹ ਨੂੰ ਜਦੋਂ ਪਤਾ ਲੱਗਿਆ ਫਿਰ ਪਛਤਾਉਂਦਾ ਰਿਹਾ। ਅਤ ਪ੍ਰਿਆ ਗਏ ਰਿਸਿਓ ਕਹਿ ਤਬੈ, ਚਾਰ ਲਛ ਲੇਹੋ ਖੋਜੇ ਜਬੈ। ਤੇ ਸਤਿਗੁਰੂ ਜੀ ਜਦੋਂ ਮੈਂ ਦੂਸਰੇ ਘੋੜੇ ਨੂੰ ਲੱਭਣ ਗਿਆ, ਖੋਜੀ ਦਾ ਭੇਖ ਬਣਾਇਆ, ਨਜੂਮੀਆਂ ਬਣਿਆ, ਤੇ ਬਾਦਸ਼ਾਹ ਨੂੰ ਉੱਥੇ ਕਹਿ ਦਿੱਤਾ ਕਿ ਭਾਵੇਂ ਰੁਪਈਆ 4 ਲੱਖ ਤੈਨੂੰ ਮੈਂ ਇਨਾਮ ਦਿਆਂਗੇ ਜੇ ਮੈਨੂੰ ਕੋਈ ਖੋਜ ਦੱਸੇ ਕਿ ਘੋੜਾ ਦੂਸਰਾ ਜਿਹੜਾ ਗਿਆ ਕਿਹੜੇ ਪਾਸੇ ਹੈ। ਮੈਂ ਪੁਨ ਗਇਓ ਦੂਸਰੇ ਹੇਤ, ਉਤਰਿਓ ਧਰਮਸਾਲ ਹਿਤ ਭੇਤ। ਤੇ ਸਤਿਗੁਰੂ ਜੀ ਜਦੋਂ ਦੂਸਰੇ ਘੋੜੇ ਵਾਸਤੇ ਗਿਆ, ਇੱਥੋਂ ਜਾਂਦਿਆਂ ਲਾਹੌਰ ਦੇ ਵਿੱਚ ਪਹਿਲੋਂ ਮੈਂ ਧਰਮਸ਼ਾਲਾ ਦੇ ਵਿੱਚ ਉਤਾਰਾ ਕੀਤਾ ਕਿ ਇੱਥੋਂ ਥੋੜ੍ਹਾ ਬਹੁਤਾ ਭੇਤ ਲਈਏ, ਹੁਣ ਕਿਵੇਂ ਜਾਣਾ ਹੈ। ਡਿੰਡਮ ਫਿਰਤ ਸੁਣੋ ਮੈਂ ਜਬੈ, ਖੋਜੇ ਬਣਿਓ ਚਹਿਤ ਜਿਹ ਤਬੈ। ਕਿ ਸਤਿਗੁਰੂ ਜੀ ਉੱਥੇ ਮੈਂ ਢੰਡੋਰ ਜੀ ਨੂੰ ਢੰਡੋਰਾ ਪਿੱਟਦਿਆਂ ਹੋਇਆ ਸੁਣਿਆ, ਤੇ ਢੰਡੋਰਾ ਪਿੱਟ ਕੇ ਕਹਿ ਰਿਹਾ ਸੀ ਖੋਜੀ ਚਾਹੀਦਾ, ਕੋਈ ਨਜੂਮੀਆਂ ਹੋਵੇ, ਗਵਾਚੀ ਹੋਈ ਚੀਜ਼ ਬਾਰੇ ਦੱਸ ਪਾਉਂਦਾ ਹੋਏ, ਬਾਦਸ਼ਾਹ ਦੇ ਘੋੜੇ ਬਾਰੇ ਕੋਈ ਦੱਸੇ, ਉਹਨੂੰ ਇਨਾਮ ਦਿੱਤਾ ਜਾਏਗਾ। ਬਸ ਸਤਿਗੁਰੂ ਜੀ ਮੈਂ ਉੱਥੋਂ ਵਿਚਾਰ ਬਣਾ ਲਈ ਕਿ ਹੁਣ ਨਜੂਮੀਆਂ ਬਣ ਕੇ ਜਾਵਾਂਗਾ। ਸੁਣੀ ਸ਼ਾਹ ਸੁਧ ਖੋਜੀ ਆਇਓ, ਬਾਂਛਤ ਹੁਤੋ ਸਮੀਪ ਬੁਲਾਇਓ। ਮੈਂ ਜਦੋਂ ਖੋਜੀ ਬਣ ਕੇ ਗਿਆ, ਬਾਦਸ਼ਾਹ ਨੇ ਸੁਣਿਆ ਕਿ ਕੋਈ ਬੜਾ ਪਹੁੰਚਿਆ ਹੋਇਆ ਖੋਜੀ ਆਇਆ ਨਜੂਮੀਆਂ, ਤੇ ਬਾਦਸ਼ਾਹ ਨੇ ਮੈਨੂੰ ਆਪਣੇ ਕੋਲ ਬੁਲਾ ਲਿਆ। ਬੇਸ ਧਰਿਓ ਅਸ ਹਿੰਦੁਸਤਾਨੀ, ਨਹਿ ਕਿਸ ਹੂੰ ਤੇ ਗਇਓ ਪਛਾਨੀ। ਤੇ ਸਤਿਗੁਰੂ ਜੀ ਤੁਹਾਡੀ ਕਿਰਪਾ ਨਾਲ ਐਸਾ ਮੈਂ ਨਜੂਮੀਏ ਦਾ ਹਿੰਦੁਸਤਾਨੀ ਭੇਸ ਬਣਾਇਆ ਕਿ ਕਿਸੇ ਤੋਂ ਪਛਾਣੇ ਨਹੀਂ ਗਿਆ, ਤੇ ਇਹ ਉਹੀ ਘਸਿਆਰਾ ਹੈ।
ਰਮਲ ਗਣ ਕਿਆਰ ਸਗੁਣ ਵਿਚਾਰਣ, ਇਹ ਗੁਣ ਮੋਹ ਮਹਿ ਕੀਨ ਉਚਾਰਣ। ਸਤਿਗੁਰ ਜੀ ਮੈਂ ਫਿਰ ਉਹਨਾਂ ਨੂੰ ਜਿਉਂ ਲੱਗਿਆ ਭਰਮਾਉਣ ਕਿ ਮੈਂ ਜਿਹੜੇ ਜੋਤਿਸ਼ ਵਿੱਦਿਆ ਵਿੱਚ ਬੜਾ ਮਾਹਰ ਹਾਂ, ਮੈਂ ਸ਼ਗੁਨ ਵਿਚਾਰਨਾ, ਮੈਂ ਰਮਣ ਵੀ ਕਰਨਾ। ਸ਼ਹੋ ਹਿਰਦੈ ਬਹੁ ਭਾਂਤ ਦ੍ਰਿੜਾਇਓ, ਹੈ ਕੋ ਖੋਜ ਲਿਓ ਮਨ ਭਾਇਓ। ਬਸ ਕਹਿ ਕਹਿ ਕੇ ਆਪਣੀਆਂ ਸਿਫਤਾਂ ਕਰ ਕਰਕੇ ਬਾਦਸ਼ਾਹ ਨੂੰ ਤਾਂ ਮੈਂ ਪੱਕਾ ਕਰ ਲਿਆ। ਬਾਦਸ਼ਾਹ ਨੂੰ ਯਕੀਨ ਹੋ ਗਿਆ ਕਿ ਖੋਜੀ ਬੜਾ ਪਹੁੰਚਿਆ ਹੋਇਆ, ਘੋੜੇ ਤੱਕ ਹੀ ਪਹੁੰਚਾਏਗਾ। ਅਸ ਗੁਲਬਾਗ ਪਾਸ ਲੈ ਗਇਓ, ਜਿਮ ਪੈ ਮੈਂ ਕਹਿਤ ਰਹਿਓ ਤਿਮ ਕੀਓ। ਇੰਨਾ ਪੱਕਾ ਭਰੋਸਾ ਹੋਇਆ ਬਾਦਸ਼ਾਹ ਮੈਨੂੰ ਘੋੜੇ ਦੇ ਕੋਲ ਲੈ ਗਿਆ ਗੁਲਬਾਗ ਦੇ। ਜਿਵੇਂ ਜਿਵੇਂ ਮੈਂ ਕਹਿੰਦਾ ਗਿਆ ਬਾਦਸ਼ਾਹ ਉਸੇ ਤਰ੍ਹਾਂ ਕਰਦਾ ਗਿਆ। ਜੀਨ ਪਵਾਏ ਪਠਾਇਓ ਡੇਰੇ, ਸਮਣ ਬੁਰਜ ਗਇਓ ਤਿਸ ਬੇਰੇ। ਸਤਿਗੁਰੂ ਜੀ ਪਹਿਲੇ ਘੋੜੇ ਤੇ ਕਾਠੀ ਮੈਂ ਆਪ ਪਾਈ ਸੀ, ਪਰ ਇਸ ਗੁਲਬਾਗ ਤੇ ਕਾਠੀ ਬਾਦਸ਼ਾਹ ਦੇ ਕੋਲੋਂ ਪਵਾਈ। ਬਾਦਸ਼ਾਹ ਨੇ ਕਹਿ ਕੇ ਆਪਣੇ ਬੰਦਿਆਂ ਤੋਂ ਪਵਾਈ। ਜਦੋਂ ਘੋੜੇ ਤੇ ਕਾਠੀ ਪੈ ਗਈ ਤੇ ਫਿਰ ਮੈਂ ਬਾਦਸ਼ਾਹ ਨੂੰ ਕਿਹਾ, ਜਿੱਦਣ ਘੋੜਾ ਚੋਰੀ ਹੋਇਆ ਸੀ ਬਾਦਸ਼ਾਹ ਕਿੱਥੇ ਸੀ? ਕਹਿੰਦੇ ਸਮਣ ਬੁਰਜ। ਤੇ ਮੈਂ ਕਿਹਾ ਫਿਰ ਸਮਣ ਬੁਰਜ ਜਾ, ਉਵੇਂ ਦਾ ਮਾਹੌਲ ਬਣਾਓ, ਸਾਰੇ ਆਪੋ ਆਪਣੀਆਂ ਥਾਵਾਂ 'ਤੇ ਜਾਓ। ਸਾਹੋ ਹਿਰਦੈ ਜੀਨ ਪਵਾਏ ਪਠਾਇਓ ਡੇਰੇ, ਸਮਣ ਬੁਰਜ ਗਇਓ ਤਿਸ ਬੇਰੇ। ਤਿਸ ਨੀਚੇ ਢਿਗ ਮੈਂ ਅਰ ਘੋਰਾ, ਤਾਰੇ ਮਾਰ ਦੀਏ ਸਭ ਪੌਰਾ। ਜਿੰਨੇ ਸੈਨਿਕ ਸਨ ਸਣੇ ਦਰੋਗੇ ਸਾਰਿਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਵਾੜਿਆ ਕਿ ਜਿਵੇਂ ਰਾਤ ਦਾ ਮਾਹੌਲ ਸੀ ਉਵੇਂ ਦਾ ਮਾਹੌਲ ਬਣਾਓ। ਬਾਹਰੋਂ ਤਾਲੇ ਮਾਰ ਦਿੱਤੇ, ਸਾਰਿਆਂ ਦੇ ਚਾਬੀਆਂ ਮੈਂ ਆਪਣੇ ਕੋਲ ਰੱਖ ਲਈਆਂ। ਬਾਦਸ਼ਾਹ ਉੱਚੋਂ ਉਟਾਰੀ ਤੋਂ ਵੇਖਦਾ ਰਿਹਾ। ਭਇਓ ਇਕਾਂਕੇ ਸਭ ਅਟਕਾਏ, ਕਰੇ ਕੈਦ ਜਨ ਬਸ ਨਾ ਬਸਾਏ। ਬਸ ਬਾਦਸ਼ਾਹ ਇਕੱਲਾ ਹੀ ਉੱਤੋਂ ਵੇਖ ਰਿਹਾ ਸੀ, ਬਾਕੀ ਦੇ ਸਾਰੇ ਇਸ ਤਰ੍ਹਾਂ ਮੈਂ ਅੰਦਰਾਂ 'ਚ ਬੰਦ ਕਰ ਦਿੱਤੇ ਜਿਵੇਂ ਕੈਦੀ ਬੰਦ ਕੀਤੇ ਹੁੰਦੇ ਨੇ। ਸ਼ਾਹੋ ਸੰਗ ਮੈਂ ਬੋਲਤ ਰਹਿਓ, ਦਿਉ ਖੋਜ ਮੈਂ ਸਭ ਹੀ ਲਹਿਓ। ਸਤਿਗੁਰੂ ਜੀ ਦੁਪਹਿਰ ਸਮੇਂ ਤੋਂ ਲੈ ਕੇ ਬਾਦਸ਼ਾਹ ਨੂੰ ਮੈਂ ਬਸ ਇਹ ਕਹਿੰਦਾ ਰਿਹਾ, ਘੋੜਾ ਮੈਂ ਲੱਭ ਕੇ ਦਿਆਂਗਾ, ਖੋਜ ਪੂਰੀ ਕਰਕੇ ਦਿਆਂਗਾ। ਬਸ ਥੋੜ੍ਹੀ ਦੇਰ ਹੋਰ, ਥੋੜ੍ਹੀ ਦੇਰ ਹੋਰ, ਕਿ ਹਨੇਰਾ ਪੈ ਲਵੇ ਫਿਰ ਹੀ ਲੱਭਾਂਗਾ। ਲਾਰਾ ਦੇਤ ਨਿਸ਼ਾ ਬੜ ਬੀਤੇ, ਘੋਰਾ ਸ਼ੋਰ ਚੜਿਓ ਨਿਰਭੀਤੇ। ਬਸ ਬਾਦਸ਼ਾਹ ਨੂੰ ਐਸਾ ਲਾਰਾ ਲਾਇਆ ਲਾਈ ਰੱਖਿਆ। ਜਦੋਂ ਹਨੇਰਾ ਪੈ ਗਿਆ ਪੂਰਾ ਤੇ ਫਿਰ ਤੁਹਾਡੀ ਕਿਰਪਾ ਨਾਲ ਮੈਂ ਘੋੜਾ ਖੋਲ੍ਹ ਲਿਆ। ਬੂਝਣ ਲੱਗਿਓ ਸ਼ਾਹੋ ਅਸ ਖੋਜ, ਕਹਿਓ ਸਾਜ ਤਬ ਸਤਿਗੁਰੂ ਓਜ। ਬਾਦਸ਼ਾਹ ਉੱਤੋਂ ਅਟਾਰੀ ਤੋਂ ਖਿੜਕੀ ਤੋਂ ਆਵਾਜ਼ ਮਾਰ ਕੇ ਪੁੱਛਦਾ ਹੈ ਕਿ ਨਜੂਮੀਆ ਘੋੜੇ ਦੀ ਖੋਜ ਮਿਲੀ ਕਿ ਨਹੀਂ। ਤੇ ਫਿਰ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਮੈਂ ਉਹਨੂੰ ਸੱਚ ਦੱਸਿਆ। ਉਹਨੂੰ ਕਿਹਾ ਸੀ ਮੈਂ ਖੋਜ ਕਰਾਂਗਾ, ਚੋਰ ਦਾ ਨਾਂ ਦੱਸਾਂਗਾ, ਜਿੱਥੇ ਘੋੜਾ ਉਹ ਟਿਕਾਣਾ ਦੱਸਾਂਗਾ। ਸਗਲ ਜਥਾਰਥ ਕਹਿ ਸਮਝਾਇਓ, ਗਹੋ ਸੁਣ ਸ਼ਾਹ ਅਲਾਇਓ। ਸਤਿਗੁਰੂ ਜੀ ਉਹਨੂੰ ਮੈਂ ਸਾਰਾ ਕੁਝ ਦੱਸਿਆ ਕਿ ਪਹਿਲਾ ਘੋੜਾ ਵੀ ਮੈਂ ਲੈ ਕੇ ਗਿਆ ਸਾਂ, ਇਹ ਵੀ ਮੈਂ ਲੈ ਕੇ ਚੱਲਿਆ। ਭਾਈ ਰੂਪੇ ਕੇ ਪਿੰਡ ਦੇ ਵਿੱਚ ਘੋੜਾ ਹੈ, ਇਹ ਵੀ ਉੱਥੇ ਚੱਲਿਆ। ਮੇਰੇ ਗੁਰੂ ਨੇ ਘੋੜੇ ਮੰਗਵਾਏ ਨੇ, ਗੁਰੂ ਦੇ ਘੋੜੇ ਨੇ, ਗੁਰੂ ਕੋਲ ਚੱਲੇ ਨੇ। ਬਾਦਸ਼ਾਹ ਉੱਤੇ ਬੈਠਾ ਹੋਇਆ ਰੌਲਾ ਪਾਉਂਦਾ ਰਿਹਾ, ਫੜੋ ਕੋਈ ਆਓ, ਇਹਨੂੰ ਕੋਈ ਰੋਕੋ। ਪਰ ਇੱਧਰੋਂ ਮੈਂ ਆਵਾਜ਼ ਮਾਰ ਕੇ ਕਿਹਾ ਕਿ ਬਾਦਸ਼ਾਹ ਮੈਂ ਤੇਰਾ ਕੁਝ ਨਹੀਂ ਲੈ ਕੇ ਚੱਲਿਆ। ਹੈ ਪਲਟੇ ਹੈ ਸ੍ਰੀ ਗੁਰੂ ਲੀਨਾ, ਮੋਹੇ ਨਾਮ ਕਹਿ ਵਿਦਿਆ ਸ਼ੀਨਾ। ਕਹਿੰਦੇ ਮੇਰਾ ਨਾਮ ਵਿਧੀ ਛੰਦ ਸ਼ੀਨਾ ਹੈ, ਯਾਦ ਰੱਖ ਲਈ। ਹੈ ਪਲਟੇ ਹੈ ਸ੍ਰੀ ਗੁਰੂ ਲੀਨਾ, ਕਿ ਯਾਦ ਕਰ ਤੂੰ ਗੁਰੂ ਸਾਹਿਬ ਦਾ ਘੋੜਾ ਖੋਇਆ ਸੀ। ਬਸ ਇਹ ਘੋੜੇ ਉਹੀ ਨੇ, ਉਹਨਾਂ ਦਾ ਬਦਲਾ ਹੀ ਲਿਆ ਹੈ। ਆਦ ਚਾਕਰੇ ਧਨ ਪਾ ਮੇਰੋ, ਲਿਓ ਮੋਲ ਸਮ ਅੱਛੇ ਹੇਰੋ। ਬਾਦਸ਼ਾਹ ਵਿਧੀ ਚੰਦ ਕਹਿੰਦਾ ਕਿ ਬਾਦਸ਼ਾਹ ਨੂੰ ਕਿਹਾ ਤੇਰੇ ਤੋਂ ਮੈਂ ਨੌਕਰੀ ਲਈ, 1000 ਤੂੰ ਮੈਨੂੰ ਇਨਾਮ ਦਿੱਤਾ। ਫਿਰ ਤੂੰ ਕਿਹਾ ਸੀ ਕਿ 5.25 ਲੱਖ ਰੁਪਇਆ ਮੈਂ ਇਨਾਮ ਦਿਆਂਗਾ ਜੇ ਕੋਈ ਚੋਰ ਦਾ ਨਾਂ ਦੱਸੇ। ਸਤਿਗੁਰੂ ਜੀ ਮੈਂ ਕਹਿ ਕੇ ਆਇਆ ਕਿ ਘੋੜੇ ਮੈਂ ਮੁੱਲ ਲੈ ਕੇ ਚੱਲਿਆ। ਘੋੜੇ ਕਾਠੀਆਂ ਸਮੇਤ 5 ਲੱਖ ਦੇ ਨੇ, ਬਾਕੀ ਤੇਰੇ ਵੇਲੇ ਬਚਦੇ ਨੇ, ਉਹ ਮੇਰੇ ਪਹੁੰਚਾ ਦੀ। ਸ਼ਾਹੋ ਕੋਪ ਕਿਉਂ ਬਾਦ ਕਰਨ ਤਾ,
जे अब मोको गयो चहंता, कहते फिर मैं क्या बादशाह क्यों एवें उत्तों चिक्की आउंदा, क्यों गुस्से विच आउंदा, जे मैनूं हुण फड़ सकना तो फड़ लै। सब तारे मैं प्रथम मंगाई, कर मह धर कर शाहू दिखाई। चाबियां सारियां पहलों मेरे कोल सी, मैं हत्थ विच फड़ के बादशाह नूं विखाईयां। ये सब परे निकासन कीजै, खोल गुलफ मोको गह लीजै। चाबियां दरिया दे विच सुੱਟ के बादशाह नूं कहा आ पईयां चाबियां, पहलों चाबियां इत्थों लभ ली तो फिर अपने बंदिਆਂ नूं खोली, फिर मैनूं घेरा पा ली। इम कह घोरा तेज कुदायो, उलंग दीवार बार मह आयो। इन्नियां गल्लां कह के सतगुरु जी इस घोड़े नूं मारिया चाबक, इन्ना तेज भजाया कि पंछियों की तरह उडारी मार के कंध टप के ये भी दरिया च आ पिया। पिछे हाय हाय बड़ रोरा, बस न बसाए पिरे सब भौरा। दरवाजे सारे बंद सन, हाय हाय करते रहे, रौला पाउंदे रहे, पर किसी की पेश ही नहीं गई, पेश जान ही नहीं दिती किसी की। सतगुर शब्द प्रेम उमगायो, मग सुखेन गावत चले आयो। सतगुरु जी तुहाडी किरपा नाल गुरबाणी का शब्द पढ़दा आया, ये सारा रस्ता तय करके इत्थों तक पहुँच गया। हे प्रभ अस दुष्कर जे कारा, तुम बिन को कर सकै विचारा। भाई बेदे चंद कहते ने कि गुरु के सिखो सतगुरु जी एडा औखा काम है, गुरु तो बिना कोई नहीं कर सकता। ये तुहाडे मन च भुलेखे कि बेदे चंद करके आए, काम गुरु का गुरु ने किया है। सर्ब शगत धर्म अनुख लीला, त्रै लोकन पत करो सुशीला। फिर सतगुरु वाले हथ करके कहते हैं सतगुरु जी तिन्ना लोगों की तुहाडे कोल शक्ति है, तिन्ना लोगों के तुसीं मालक हो, बस ये तो तुसीं आम मनुखों की तरह लीला करते हो। भय सहायक जह कह जाए, तो यह कार करन बने आई। क्योंकि सतगुरु जी जिथे भी गया तुसीं उत्थे मेरे मददगार होए, तुसीं मदद कीती, तुसीं कृपा कीती ते कार्य होया। पंचामृत मान्यो समुदायो, सो चाहिए को अब करवायो। भाई बिधे चंद फिर कहता सतगुरु जी मैं 5 रुपये का प्रसाद अरदास की सी कि मैं घोड़े ते सवार होने लगा, 5 रुपये की देख करावांगा। 5 रुपये की पहले घोड़े वाली रहिंदी है, 5 की इस दी मैं देख कराऊँगी चाहना। इत्थे कवि संतोख सिंह ने अध्याय भी खत्म किया, समय की भी समाप्ति है। हुई भुलों की खिमा। आओ 1-2 मिनट रसना करिए पवित्र जी, फिर समाप्ति है। वाहेगुरु 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 वाहेगुरु। वाहेगुरु वाहेगुरु वाहेगुरु